ਡਾਈਟ ਪੇਸ਼ਕਾਰੀ। ਹੌਲੇ ਅਤੇ ਗਰਭ ਅਵਸਥਾ ਦੀ ਸ਼ੂਗਰ ਨਾਲ ਸਿਹਤਮੰਦ ਭੋਜਨ ਦੀ ਵੀਡੀਓ 2 ਵਿੱਚ ਤੁਹਾਡਾ ਸਵਾਗਤ ਹੈ। ਸੰਖੇਪ ਜਾਣਕਾਰੀ। ਇਸ ਵੀਡੀਓ ਦੌਰਾਨ ਅਸੀਂ ਸਿਹਤਮੰਦ ਭੋਜਨ ਦਾ ਈਟ ਵੈਲ ਗਾਈਡ ਭੋਜਨ ਸਮੂਹਾਂ ਦੀ ਸੰਖੇਪ ਜਾਣਕਾਰੀ ਬਾਰੇ ਚਰਚਾ ਕਰਾਂਗੇ ਅਤੇ ਕਾਰਬੋਹਾਈਡਰੇਟ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਾਂਗੇ। ਈਟ ਵੈਲ ਗਾਈਡ ਤੁਹਾਨੂੰ ਵੱਖ-ਵੱਖ ਕਿਸਮਾਂ ਦੇ ਭੋਜਨ ਨੂੰ ਸਮਝਣ ਵਿੱਚ ਸਹਾਇਤਾ ਕਰ ਸਕਦੀ ਹੈ, ਜੋ ਮਿਲ ਕੇ ਇੱਕ ਸਿਹਤਮੰਦ ਖੁਰਾਕ ਬਣਾਉਂਦਾ ਹੈ। ਇਹ ਵੀ ਦਰਸਾਉਂਦਾ ਹੈ ਕਿ ਆਪਣੀ ਖੁਰਾਕ ਨੂੰ ਸਿਹਤਮੰਦ ਅਤੇ ਸੰਤੁਲਿਤ ਰੱਖਣ ਲਈ ਤੁਹਾਨੂੰ ਇਹਨਾਂ ਭੋਜਨਾਂ ਦੀ ਕਿੰਨੀ ਮਾਤਰਾ ਖਾਣੀ ਚਾਹੀਦੀ ਹੈ। ਪੂਰੇ ਹਫ਼ਤੇ ਦੌਰਾਨ ਇਸ ਸੰਤੁਲਨ ਨੂੰ ਸਹੀ ਰੱਖਣ ਦੀ ਕੋਸ਼ਿਸ਼ ਕਰਨਾ ਇੱਕ ਚੰਗਾ ਵਿਚਾਰ ਹੈ। ਤੁਹਾਡੇ ਸਰੀਰ ਨੂੰ ਸਿਹਤਮੰਦ ਰਹਿਣ ਲਈ ਲੋੜੀਂਦੀ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਪ੍ਰਾਪਤ ਕਰਨ ਵਿੱਚ ਸਹਾਇਤਾ ਲਈ ਹਰੇਕ ਸਮੂਹ ਵਿੱਚੋਂ ਵੱਖੋ-ਵੱਖ ਭੋਜਨ ਦੀ ਚੋਣ ਕਰਨ ਦੀ ਕੋਸ਼ਿਸ਼ ਕਰੋ। ਭੋਜਨ ਸਮੂਹਾਂ ਦੀ ਸੰਖੇਪ ਜਾਣਕਾਰੀ। ਦਿਨ ਵਿੱਚ 5 ਸਟਾਰਚ ਵਾਲੇ ਕਾਰਬੋਹਾਈਡਰੇਟ ਪ੍ਰੋਟੀਨ। ਫਲ ਅਤੇ ਸਬਜ਼ੀਆਂ ਨੂੰ ਤੁਹਾਡੀ ਰੋਜ਼ਾਨਾ ਖੁਰਾਕ ਦਾ ਇੱਕ ਤਿਹਾਈ ਹਿੱਸਾ ਹੋਣਾ ਚਾਹੀਦਾ ਹੈ। ਵੱਖੋ ਵੱਖਰੀਆਂ ਕਿਸਮਾਂ ਦੇ ਰੰਗਾਂ ਦੇ ਕਈ ਪ੍ਰਕਾਰ ਦੇ ਫਲ ਅਤੇ ਸਬਜ਼ੀਆਂ ਖਾਣ ਦੀ ਕੋਸ਼ਿਸ਼ ਕਰੋ ਅਤੇ ਦਿਨ ਵਿੱਚ 5 ਪੋਰਸ਼ਨ ਦਾ ਟੀਚਾ ਰੱਖੋ। ਫਲਾਂ ਵਿੱਚ ਬਹੁਤ ਸਾਰੇ ਵਿਟਾਮਿਨ, ਖਣਿਜ ਅਤੇ ਰੇਸ਼ੇ ਹੁੰਦੇ ਹਨ ਜੋ ਇਹਨਾਂ ਪੌਸ਼ਟਿਕ ਪੌਸ਼ਟਿਕ ਸਨੈਕ ਬਣਾਉਂਦੇ ਹਨ। ਫਲਾਂ ਵਿੱਚ ਕੁਦਰਤੀ ਖੰਡ ਦੇ ਕਾਰਨ ਇਹ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਹੌਲੀ-ਹੌਲੀ 4 ਘੰਟਿਆਂ ਵਿੱਚ ਵਧਾਉਂਦਾ ਹੈ ਅਤੇ ਇਸ ਲਈ ਖਾਧੀ ਗਈ ਮਾਤਰਾ ਸੀਮਿਤ ਹੋਣੀ ਚਾਹੀਦੀ ਹੈ। ਫਲਾਂ ਦੇ ਹਿੱਸਿਆਂ ਨੂੰ ਰੋਜ਼ਾਨਾ 2-3 ਵਾਰ ਤੱਕ ਸੀਮਿਤ ਕਰਨ ਦਾ ਟੀਚਾ ਰੱਖੋ ਅਤੇ ਇਹਨਾਂ ਨੂੰ ਪੂਰੇ ਦਿਨ ਦੇ ਦੌਰਾਨ ਵੰਡੋ। ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਸਹੀ ਮਾਤਰਾ ਨਾਲ ਜੁੜੇ ਹੋਏ ਹੋ। ਮਾਤਰਾ ਵਾਲੇ ਅਗਲੇ ਵੀਡੀਓ ਵਿੱਚ ਹੋਰ ਚਰਚਾ ਕੀਤੀ ਜਾਵੇਗੀ। ਤਾਜ਼ੇ ਫਰੋਜ਼ਨ ਆਪਣੇ ਸੰਭਾਵਿਤ ਜੂਸ ਵਿੱਚ ਟਿਨ ਵਾਲੇ ਫਲ ਜਾਂ ਸਬਜ਼ੀਆਂ ਦੇ ਜੂਸ ਸਮੇਤ ਵੱਖੋ ਵੱਖਰੀਆਂ ਕਿਸਮਾਂ ਦੇ ਫਲ ਅਤੇ ਸਬਜ਼ੀਆਂ ਦੋਵੇਂ ਤੁਹਾਡੇ ਦਿਨ ਵਿੱਚ 5 ਦੀ ਗਿਣਤੀ ਵਿੱਚ ਆਉਂਦੇ ਹਨ। ਕਾਰਬੋਹਾਈਡਰੇਟ ਸਰੀਰ ਦੇ ਮੁੱਖ ਊਰਜਾ ਸਰੋਤ ਹਨ, ਇਸ ਲਈ ਕਾਰਬੋਹਾਈਡਰੇਟ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਸਿਹਤਮੰਦ ਸੰਤੁਲਿਤ ਖੁਰਾਕ ਦੇ ਹਿੱਸੇ ਵਜੋਂ ਸ਼ਾਮਲ ਕੀਤੇ ਜਾ ਸਕਦੇ ਹਨ। ਸਾਬਤ ਅਨਾਜ ਸਟਾਰਚ ਵਾਲੇ ਕਾਰਬੋਹਾਈਡਰੇਟ ਦੀ ਚੋਣ ਕਰਨਾ ਮਦਦਗਾਰ ਹੁੰਦਾ ਹੈ ਕਿਉਂਕਿ ਉਹ ਖੂਨ ਵਿੱਚ ਗਲੂਕੋਜ਼ ਦੇ ਪੱਧਰ ਵਿੱਚ ਹੌਲੀ-ਹੌਲੀ ਵਾਧਾ ਯਕੀਨੀ ਬਣਾਉਂਦੇ ਹਨ ਅਤੇ ਇਹਨਾਂ ਵਿੱਚ ਰੇਸ਼ੇ ਵਰਗੇ ਹੋਰ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ। ਇਹ ਤੁਹਾਡੇ ਢਿੱਡ ਨੂੰ ਲੰਮੇ ਸਮੇਂ ਤੱਕ ਭਰਿਆ ਰੱਖਣ ਵਿੱਚ ਸਹਾਇਤਾ ਕਰਦੇ ਹਨ। ਸਟਾਰਚ ਵਾਲੇ ਕਾਰਬੋਹਾਈਡਰੇਟ ਦੀਆਂ ਉਦਾਹਰਨਾਂ ਵਿੱਚ ਡਬਲ ਰੋਟੀ, ਸੀਰੀਅਲ, ਆਲੂ, ਚੌਲ, ਪਾਸਤਾ, ਰੋਟੀ ਅਤੇ ਨੂਡਲ ਸ਼ਾਮਲ ਹਨ ਅਤੇ ਕੇਵਲ ਇਹਨਾਂ ਤੱਕ ਹੀ ਸੀਮਿਤ ਨਹੀਂ ਹਨ। ਜ਼ਿਆਦਾਤਰ ਭੋਜਨਾਂ ਦੇ ਨਾਲ ਘੱਟੋ ਘੱਟ ਸਟਾਰਚ ਵਾਲਾ ਭੋਜਨ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੋ। ਇਹ ਤੁਹਾਨੂੰ ਦਿਨ ਭਰ ਊਰਜਾ ਨਿਰੰਤਰ ਸਪਲਾਈ ਪ੍ਰਦਾਨ ਕਰੇਗਾ। ਪ੍ਰੋਟੀਨ ਸਰੀਰ ਲਈ ਇੱਕ ਜ਼ਰੂਰੀ
ਪੌਸ਼ਟਿਕ ਤੱਤ ਹੈ ਜੋ ਖੂਨ ਵਿੱਚ ਗਲੂਕੋਸ ਦੇ ਪੱਧਰਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਇਹ ਸਮੂਹ ਵਿੱਚ ਬੀਜਨ, ਦਾਲਾਂ, ਮੱਛੀ, ਅੰਡੇ, ਮੀਟ, ਚਿਕਨ ਸ਼ਾਮਲ ਹਨ ਅਤੇ ਕੇਵਲ ਇਹਨਾਂ ਤੱਕ ਹੀ ਸੀਮਿਤ ਨਹੀਂ ਹਨ। ਇਹ ਭੋਜਨ ਪ੍ਰੋਟੀਨ ਅਤੇ ਕਈ ਪ੍ਰਕਾਰ ਦੇ ਵਿਟਾਮਿਨ ਅਤੇ ਖਣਿਜਾਂ ਦੇ ਸਰੋਤ ਹਨ। ਇਸ ਲਈ ਇਹਨਾਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਬਹੁਤ ਮਹੱਤਵਪੂਰਨ ਹੈ। ਬੀਜਨ ਅਤੇ ਦਾਲਾਂ ਮੀਟ ਦਾ ਇੱਕ ਵਧੀਆ ਵਿਕਲਪ ਹਨ ਕਿਉਂਕਿ ਉਹਨਾਂ ਵਿੱਚ ਚਰਬੀ ਘੱਟ ਹੁੰਦੀ ਹੈ ਪਰ ਬਹੁਤ ਪ੍ਰੋਟੀਨ, ਰੇਸ਼ਾ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਵਿਕਲਪ ਤੌਰ 'ਤੇ ਅੰਡੇ ਵੀ ਪ੍ਰੋਟੀਨ, ਵਿਟਾਮਿਨ ਡੀ ਅਤੇ ਖਣਿਜ ਦਾ ਇੱਕ ਚੰਗਾ ਸਰੋਤ ਹੈ, ਪਰੰਤੂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਗਰਭ ਅਵਸਥਾ ਵਿੱਚ ਖਾਣ ਤੋਂ ਪਹਿਲਾਂ ਇਹ ਪੂਰੀ ਤਰ੍ਹਾਂ ਪਕਾਏ ਜਾਣ। ਤੇਲ ਨਾਲ ਭਰਪੂਰ ਮੱਛੀਆਂ ਵਿੱਚ ਓਮੇਗਾ-3 ਚਰਬੀ ਵਾਧੂ ਹੁੰਦੀ ਹੈ ਜੋ ਦਿਲ ਅਤੇ ਦਿਮਾਗ ਨੂੰ ਰੋਕਣ ਦੇ ਵਿੱਚ ਦਿਲ ਦੀ ਬਿਮਾਰੀ ਨੂੰ ਰੋਕਣ ਵਿੱਚ ਸਹਾਇਤਾ ਕਰਦੀ ਹੈ। ਤੇਲਯੁਕਤ ਮੱਛੀਆਂ ਵਿੱਚ ਸਾਲਮਨ, ਟਰਾਊਟ, ਹੈਰਿੰਗ ਅਤੇ ਸਾਰਡੀਨ ਸ਼ਾਮਲ ਹਨ। ਜਦੋਂ ਤੁਸੀਂ ਗਰਭਵਤੀ ਹੋ ਜਾਂ ਛਾਤੀ 'ਤੇ ਦੁੱਧ ਚੁੰਘਾ ਰਹੇ ਹੋ ਤਾਂ ਤੁਹਾਨੂੰ ਤੇਲਯੁਕਤ ਮੱਛੀ ਦੇ ਇੱਕ ਹਫ਼ਤੇ ਵਿੱਚ 2 ਤੋਂ ਵੱਧ ਹਿੱਸੇ ਨਹੀਂ ਖਾਣੇ ਚਾਹੀਦੇ। ਇਹ ਇੱਕ ਹਿੱਸਾ ਲਗਭਗ 140 ਗ੍ਰਾਮ ਦੇ ਬਰਾਬਰ ਹੁੰਦਾ ਹੈ। ਕੋਸ਼ਿਸ਼ ਕਰੋ ਕਿ ਪ੍ਰੋਸੈਸਡ ਮੀਟ ਘੱਟ ਖਾਓ ਜਿਵੇਂ ਕਿ ਸੌਸੇਜਿਸ, ਬੇਕਨ ਅਤੇ ਕਾਜ਼ਰ ਕੀਤਾ ਹੋਇਆ ਮੀਟ। ਇਹ ਇਸ ਲਈ ਹੈ ਕਿਉਂਕਿ ਇਸ ਕਿਸਮ ਦੇ ਮੀਟ ਉਤਪਾਦਕਾਂ ਵਿੱਚ ਆਮ ਤੌਰ 'ਤੇ ਬਹੁਤ ਜ਼ਿਆਦਾ ਚਰਬੀ ਜਾਂ ਨਮਕ ਹੁੰਦਾ ਹੈ। ਉਹ ਜ਼ਿਆਦਾ ਪ੍ਰੋਸੈਸਡ ਹੁੰਦੇ ਹਨ। ਇਸ ਨਾਲ ਪੌਸ਼ਟਿਕ ਤੱਤ ਘੱਟ ਜਾਂਦੇ ਹਨ। ਲਾਲ ਮੀਟ ਦੇ ਸੇਵਨ ਨੂੰ ਹਰ ਹਫ਼ਤੇ 3 ਹਿੱਸਿਆਂ 500 ਗ੍ਰਾਮ ਦੇ ਤੱਕ ਸੀਮਿਤ ਕਰੋ ਅਤੇ ਮੀਟ ਅਤੇ ਚਿਕਨ ਦੋਵਾਂ ਦੀ ਚਮੜੀ ਅਤੇ ਦਿਖਾਈ ਦੇਣ ਵਾਲੀ ਚਰਬੀ ਨੂੰ ਲਾ ਦਿਓ। ਭੋਜਨ ਸਮੂਹਾਂ ਦੀ ਸੰਖੇਪ ਜਾਣਕਾਰੀ, ਤੇਲ ਅਤੇ ਸਪਰੈਡ, ਡੇਅਰੀ ਅਤੇ ਵਿਕਲਪ। ਚਰਬੀਆਂ ਜਾਂ ਖੂਨ ਵਿੱਚ ਗਲੂਕੋਸ ਦੇ ਪੱਧਰ ਦੇ ਕੋਈ ਪ੍ਰਭਾਵ ਨਹੀਂ ਪੈਂਦਾ। ਚਰਬੀਆਂ ਦੀਆਂ ਵੱਖੋ ਵੱਖ ਕਿਸਮਾਂ ਹਨ ਜੋ ਮੁੱਖ ਕਿਸਮਾਂ ਸਮਰੱਥ ਅਤੇ ਅਸਮਰੱਥ ਹਨ। ਬਹੁਤ ਜ਼ਿਆਦਾ ਅਸਮਰੱਥ ਚਰਬੀ ਖੂਨ ਵਿੱਚ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾ ਸਕਦੀ ਹੈ। ਸਾਡੀ ਖੁਰਾਕ ਵਿੱਚ ਕੁਝ ਚਰਬੀਆਂ ਜ਼ਰੂਰੀ ਹਨ ਪਰ ਸਾਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਭੋਜਨ ਵਿੱਚ ਕਿਸ ਕਿਸਮ ਦੀ ਚਰਬੀ ਸ਼ਾਮਲ ਕਰਦੇ ਹਾਂ। ਆਪਣੇ ਸਮਰੱਥ ਚਰਬੀ ਦੇ ਸੇਵਨ ਜਿਵੇਂ ਮੱਖਣ, ਘਿਓ, ਕੇਕ ਅਤੇ ਬਿਸਕੁਟ ਅਤੇ ਚਰਬੀ ਵਾਲੇ ਜਾਂ ਪ੍ਰੋਸੈਸਡ ਮੀਟ ਨੂੰ ਘਟਾਉਣ ਦੀ ਕੋਸ਼ਿਸ਼ ਕਰੋ। ਇਸ ਦੀ ਬਜਾਏ ਖਾਣ ਵਾਲੀਆਂ ਉਹਨਾਂ ਚੀਜ਼ਾਂ ਦੀ ਚੋਣ ਕਰਨ ਦੀ ਕੋਸ਼ਿਸ਼ ਕਰੋ ਜਿਸ ਵਿੱਚ ਦਿਲ ਲਈ ਸਿਹਤਮੰਦ ਅਸਮਰੱਥ ਚਰਬੀ ਹੋਵੇ ਜਿਵੇਂ ਕਿ ਜ਼ੈਤੂਨ ਜਾਂ ਸਰੋਂ ਦਾ ਤੇਲ ਅਤੇ ਸਪਰੈਡ, ਤੇਲਯੁਕਤ ਮੱਛੀ, ਗਿਰੀਆਂ, ਬੀਜ ਅਤੇ ਐਵੋਕਾਡੋ। ਡੇਅਰੀ ਭੋਜਨ ਕੈਲਸ਼ੀਅਮ ਦਾ ਸਭ ਤੋਂ ਅਤੇ ਸਰਬੋਤਮ ਸਰੋਤ
ਪ੍ਰਦਾਨ ਕਰਦੇ ਹਨ। ਕੁਦਰਤੀ ਸ਼ੂਗਰ ਲੈਕਟੋਜ਼ ਦਾ ਕਾਰਨ ਦੁੱਧ ਅਤੇ ਦਹੀਂ ਦਾ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ 'ਤੇ ਥੋੜ੍ਹਾ ਪ੍ਰਭਾਵ ਹੁੰਦਾ ਹੈ। ਆਪਣੀ ਕੈਲਸ਼ੀਅਮ ਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਦਿਨ ਵਿੱਚ 3 ਹਿੱਸੇ ਲੈਣ ਦੀ ਕੋਸ਼ਿਸ਼ ਕਰੋ ਅਤੇ ਜਿੱਥੇ ਸੰਭਵ ਹੋਵੇ ਘੱਟ ਚਰਬੀ ਵਾਲੇ ਅਤੇ ਘੱਟ ਖੰਡ ਵਾਲੇ ਵਿਕਲਪਾਂ ਦੀ ਚੋਣ ਕਰੋ। ਇਸ ਸਮੂਹ ਵਿੱਚ ਦੁੱਧ, ਪਨੀਰ, ਦਹੀਂ, ਫਰੋਮੇਜ, ਫਰਾਈਜ਼, ਕੁਆਰਕ ਅਤੇ ਗੈਰ ਡੇਅਰੀ ਸ਼ਾਮਲ ਕੀਤੇ ਗਏ ਹਨ। ਕੀ ਤੁਸੀਂ ਡੇਅਰੀ ਵਿਕਲਪਾਂ ਜਿਵੇਂ ਸੋਇਆ, ਜ਼ਵੀ ਦੇ ਜਾਂ ਚੌਲ ਦੁੱਧ ਦੀ ਵਰਤੋਂ ਕਰ ਰਹੇ ਹੋ, ਜਾਂ ਬਿਨਾਂ ਮਿੱਠੇ ਅਤੇ ਕੈਲਸ਼ੀਅਮ ਪਾਏ ਹੋਏ ਸਰੂਪਾਂ ਦੀ ਚੋਣ ਕਰਨਾ ਮਹੱਤਵਪੂਰਨ ਹੈ। ਕਾਰਬੋਹਾਈਡਰੇਟ ਸੰਖੇਪ ਜਾਣਕਾਰੀ। ਕਾਰਬੋਹਾਈਡਰੇਟ ਊਰਜਾ ਦਾ ਇੱਕ ਚੰਗਾ ਸਰੋਤ ਹਨ ਅਤੇ ਖੁਰਾਕ ਵਿੱਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦਾ ਮੁੱਖ ਸਰੋਤ ਹਨ। ਸਟਾਰਚ ਦੇ ਨਾਲ ਨਾਲ ਇਹ ਭੋਜਨ ਰੇਸ਼ਾ, ਕੈਲਸ਼ੀਅਮ, ਆਇਰਨ ਅਤੇ ਬੀ ਵਿਟਾਮਿਨ ਦੀ ਸਪਲਾਈ ਕਰਦੇ ਹਨ। ਪਾਚਨ ਦੇ ਦੌਰਾਨ ਤੁਹਾਡਾ ਸਰੀਰ ਜ਼ਿਆਦਾਤਰ ਕਾਰਬੋਹਾਈਡਰੇਟ ਨੂੰ ਇੱਕ ਸਧਾਰਨ ਖੰਡਾਂ ਵਿੱਚ ਬਦਲਦਾ ਹੈ, ਜਿਸ ਨੂੰ ਗਲੂਕੋਜ਼ ਕਿਹਾ ਜਾਂਦਾ ਹੈ, ਜੋ ਤੁਹਾਡੇ ਸਰੀਰ ਦੁਆਰਾ ਊਰਜਾ ਅਤੇ ਮੁੱਖ ਸਰੋਤ ਵਜੋਂ ਵਰਤਿਆ ਜਾਂਦਾ ਹੈ। ਮੁੱਖ ਇਹ ਹੈ ਕਿ ਯਕੀਨੀ ਬਣਾਉਣ ਲਈ ਤੁਹਾਡੇ ਖੂਨ ਵਿੱਚ ਸ਼ੂਗਰ ਦੇ ਪੱਧਰ 'ਤੇ ਵਧੀਆ ਨਿਯੰਤਰਣ ਹੈ। ਤੁਹਾਡੇ ਵੱਲੋਂ ਲੋੜੀਂਦੀ ਊਰਜਾ ਪ੍ਰਾਪਤ ਕਰਨ ਲਈ ਕਾਫੀ ਕਾਰਬੋਹਾਈਡਰੇਟ ਖਾਣ ਅਤੇ ਉਹਨਾਂ ਨੂੰ ਇਹਨਾਂ ਸੀਮਤ ਕਰਨ ਵਿੱਚ ਸੰਤੁਲਨ ਲੱਭਣਾ ਹੈ। ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਉਹਨਾਂ ਨੂੰ ਦਿਨ ਭਰ ਸਮਾਨ ਰੂਪ ਵਿੱਚ ਖਾਓ। ਕਾਰਬੋਹਾਈਡਰੇਟ ਦੀਆਂ ਕਿਸਮਾਂ ਅਤੇ ਮਾਤਰਾ ਜੋ ਤੁਸੀਂ ਖਾਂਦੇ ਹੋ, ਉਹ ਇਹ ਵੀ ਨਿਰਧਾਰਤ ਕਰੇਗੀ ਕਿ ਤੁਹਾਡੇ ਖੂਨ ਵਿੱਚ ਸ਼ੂਗਰ ਕਿੰਨੀ ਤਰ੍ਹਾਂ ਨਿਯੰਤਰਣ ਹੈ। ਇਸ ਬਾਰੇ ਅਗਲੀ ਸਲਾਈਡ ਵਿੱਚ ਹੋਰ ਵਿਸਤਾਰ ਵਿੱਚ ਚਰਚਾ ਕੀਤੀ ਜਾਵੇਗੀ। ਜਿਵੇਂ ਸਲਾਈਡ 'ਤੇ ਦਿਖਾਇਆ ਗਿਆ ਹੈ ਕਿ ਕਾਰਬੋਹਾਈਡਰੇਟ ਨੂੰ 2 ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਸਧਾਰਨ ਖੰਡ ਵਿੱਚ ਮਠਿਆਈਆਂ, ਜੈਮ, ਫਲਾਂ ਦਾ ਰਸ ਅਤੇ ਪੂਰੀ ਖੰਡ ਵਾਲੇ ਫਿਜ਼ੀ ਡਰਿੰਕ ਸ਼ਾਮਲ ਹਨ। ਭੋਜਨ ਜਿਨ੍ਹਾਂ ਵਿੱਚ ਸਧਾਰਨ ਖੰਡ ਹੁੰਦੀ ਹੈ, ਉਹ 10-15 ਮਿੰਟਾਂ ਦੇ ਅੰਦਰ ਖੂਨ ਵਿੱਚ ਗਲੂਕੋਜ਼ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਕਰਦੇ ਹਨ। ਗੁੰਝਲਦਾਰ ਕਾਰਬੋਹਾਈਡਰੇਟ ਵਿੱਚ ਡਬਲ ਰੋਟੀ, ਨਾਸ਼ਤੇ ਦੇ ਸੀਰੀਅਲ, ਆਲੂ, ਚੌਲ, ਪਾਸਤਾ, ਰੋਟੀ ਅਤੇ ਨੂਡਲ ਸ਼ਾਮਲ ਹਨ। ਭੋਜਨ ਜਿਨ੍ਹਾਂ ਵਿੱਚ ਸਟਾਰਚ ਵਾਲੇ ਕਾਰਬੋਹਾਈਡਰੇਟ ਹੁੰਦੇ ਹਨ, ਉਹ 4 ਘੰਟੇ ਦੌਰਾਨ ਹੌਲੀ ਹੌਲੀ ਇਸ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵਧਾਉਂਦੇ ਹਨ। ਰੇਸ਼ਾ ਫਾਈਬਰ। ਰੇਸ਼ਾ ਇੱਕ ਕਿਸਮ ਦਾ ਗੁੰਝਲਦਾਰ ਕਾਰਬੋਹਾਈਡਰੇਟ ਹੈ ਜਿਸ ਨੂੰ ਛੋਟੀ ਆਂਦਰ ਦੁਆਰਾ ਤੋੜਿਆ ਨਹੀਂ ਜਾ ਸਕਦਾ। ਖਾਣ ਵਾਲੇ ਰੇਸ਼ੇ ਦੀਆਂ ਮੁੱਖ ਕਿਸਮਾਂ ਹਨ ਗੁੰਝਲਸ਼ੀਲ, ਅਗੁੰਝਲਸ਼ੀਲ ਅਤੇ ਰੋਧਕ ਸਟਾਰਚ। ਇਸ ਤੱਥ ਦੇ ਕਾਰਨ ਕਿ ਵੱਧ ਰੇਸ਼ੇ ਵਾਲੇ ਭੋਜਨ ਨੂੰ ਤੋੜਨ ਵਿੱਚ ਸਰੀਰ ਨੂੰ ਵਾਧੂ ਸਮਾਂ ਲੱਗਦਾ ਹੈ, ਇਹ ਭੋਜਨ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ ਨੂੰ ਨਿਯੰਤਰਣ ਰੱਖਣ ਵਿੱਚ ਸਹਾਇਤਾ ਕਰ ਸਕਦੇ ਹਨ। ਭੋਜਨ ਵਿੱਚ ਕੁਝ ਬਦਲਾਅ
ਹਨ ਜੋ ਤੁਸੀਂ ਖੁਰਾਕ ਵਿੱਚ ਰੇਸ਼ੇ ਦਾ ਸੇਵਨ ਵਧਾਉਣ ਲਈ ਕੀਤੇ ਜਾ ਸਕਦੇ ਹਨ। ਹਰ ਭੋਜਨ ਵਿੱਚ ਸਟਾਰਚ ਵਾਲੇ ਕਾਰਬੋਹਾਈਡਰੇਟ ਵਧਾਉਣ ਦੇ ਤਰੀਕੇ। ਆਪਣੇ ਵਾਲੇ ਖਾਧੇ ਜਾਣ ਵਾਲੇ ਰੇਸ਼ੇ ਦੀ ਮਾਤਰਾ ਵਧਾਉਣ ਲਈ ਤੁਸੀਂ ਵੱਧ ਰੇਸ਼ੇ ਵਾਲੇ ਨਾਸ਼ਤੇ ਦੇ ਸੀਰੀਅਲ ਚੁਣ ਸਕਦੇ ਹੋ, ਜਿਵੇਂ ਕਿ ਸਾਦਾ ਸਾਬਤ ਕਣਕ ਦੇ ਬਿਸਕੁਟ, ਸਾਦਾ ਕਰਕਤ ਹੋਇਆ ਸਾਬਤ ਅਨਾਜ ਜਾਂ ਓਟਸ, ਹੋਲ ਮੀਲ ਜਾਂ ਅਨਾਜ ਵਾਲੀਆਂ ਡਬਲ ਰੋਟੀਆਂ ਅਤੇ ਸਾਬਤ ਅਨਾਜ ਜਿਵੇਂ ਹੋਲ ਵੀਟ ਪਾਸਤਾ, ਮੀਟ, ਮੋਟੀ ਪੀਸੀ ਹੋਈ ਕਣਕ ਜਾਂ ਭੂਰੇ ਚੌਲ ਦੀ ਚੋਣ ਕਰ ਸਕਦੇ ਹੋ। ਆਲੂਆਂ ਨੂੰ ਉਹਨਾਂ ਦੀ ਛਿੱਲ ਦੇ ਨਾਲ ਚੁਣ ਸਕਦੇ ਹੋ, ਜਿਵੇਂ ਇੱਕ ਬੇਕਡ ਪੋਟੇਟੋ ਜਾਂ ਉਬਾਲੇ ਹੋਏ ਨਵੇਂ ਆਲੂ। ਦਾਲ ਜਿਵੇਂ ਬੀਜਨ ਦਾਲਾਂ ਦੇ ਛੋਲਿਆਂ ਨੂੰ ਸਟਾਚੂ ਸਬਜ਼ੀਆਂ ਅਤੇ ਸਲਾਦ ਵਿੱਚ ਸ਼ਾਮਲ ਕਰ ਸਕਦੇ ਹੋ। ਖਾਣੇ ਦੇ ਨਾਲ ਬਹੁਤ ਸਾਰੀਆਂ ਸਬਜ਼ੀਆਂ ਸ਼ਾਮਲ ਕਰ ਸਕਦੇ ਹੋ ਜਾਂ ਸਾਈਡ ਡਿਸ਼ ਦੇ ਰੂਪ ਵਿੱਚ, ਜਾਂ ਤਰੀ, ਸਟਿਊ ਜਾਂ ਕਰੀ ਵਿੱਚ ਮਿਲਾ ਸਕਦੇ ਹੋ। ਸਨੈਕਸ ਲਈ ਤਾਜ਼ੇ ਫਲ, ਸਬਜ਼ੀਆਂ ਦੇ ਟੁਕੜੇ, ਰਾਈ ਦੇ ਕਰੈਕਰ, ਜਵੀ ਦੇ ਕੇਕ ਅਤੇ ਨਮਕ ਰਹਿਤ ਗਿਰੀਆਂ ਜਾਂ ਬੀਜ ਅਜ਼ਮਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਵਰਤਮਾਨ ਸਲਾਈਡ ਤੁਹਾਨੂੰ ਦੱਸਦੀ ਹੈ ਕਿ ਕੁਝ ਸਿਫਾਰਸ਼ ਕੀਤੇ ਵਿਕਲਪਾਂ ਵਿੱਚੋਂ ਕਿਹੜੇ ਸਿਹਤਮੰਦ ਗੁੰਝਲਦਾਰ ਕਾਰਬੋਹਾਈਡਰੇਟ ਤੁਸੀਂ ਹਰ ਭੋਜਨ ਵਿੱਚ ਸ਼ਾਮਲ ਕਰ ਸਕਦੇ ਹੋ। ਬਨਾਮ ਕਾਰਬੋਹਾਈਡਰੇਟ ਜਿਨ੍ਹਾਂ ਤੋਂ ਬਚਾਅ ਦਾ ਜਾਂ ਘੱਟ ਖਾਣਾ ਚਾਹੀਦਾ ਹੈ। ਤੁਸੀਂ ਇਸ ਸਮੇਂ ਵੀਡੀਓ ਨੂੰ ਰੋਕ ਕੇ ਦੇਖ ਸਕਦੇ ਹੋ ਅਤੇ ਇਹਨਾਂ ਸੁਝਾਵਾਂ ਨੂੰ ਵਧੇਰੇ ਵਿਸਤਾਰ ਨਾਲ ਪੜ੍ਹਨ ਲਈ ਜਿੰਨੇ ਸਮੇਂ ਦੀ ਤੁਹਾਨੂੰ ਜ਼ਰੂਰਤ ਹੈ ਓਨਾ ਸਮਾਂ ਲਵੋ। ਸਲਾਈਡ 'ਤੇ ਦਿਖਾਇਆ ਗਿਆ ਗ੍ਰਾਫ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ 'ਤੇ ਵੱਖਰੇ ਪ੍ਰਭਾਵਾਂ ਦੀ ਦ੍ਰਿਸ਼ਟ ਚਿਤਰਾ ਦਿੰਦਾ ਹੈ ਜਦੋਂ ਤੁਸੀਂ ਖੰਡ ਵਾਲੇ ਅਤੇ ਸਟਾਰਚ ਵਾਲੇ ਕਾਰਬੋਹਾਈਡਰੇਟ ਦੀ ਤੁਲਨਾ ਕਰਦੇ ਹੋ। ਹਰ ਵਾਰ ਜਦੋਂ ਤੁਸੀਂ ਕੁਝ ਮਿੱਠੀ ਜਾਂ ਸਟਾਰਚ ਵਾਲੀ ਚੀਜ਼ ਖਾਂਦੇ ਜਾਂ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ। ਆਮ ਤੌਰ 'ਤੇ ਸਧਾਰਨ ਖੰਡ ਖਪਤ ਦੇ 15 ਮਿੰਟ ਦੇ ਅੰਦਰ ਖੂਨ ਦੇ ਪ੍ਰਵਾਹ ਵਿੱਚ ਛੱਡੀ ਜਾਂਦੀ ਹੈ। ਇਹਨਾਂ ਵਿੱਚੋਂ ਕੁਝ ਖੂਨ ਦੇ ਗਲੂਕੋਜ਼ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧੇ ਦਾ ਕਾਰਨ ਬਣਦੇ ਹਨ। ਗੁੰਝਲਦਾਰ ਸਟਾਰਚ ਵਾਲੇ ਕਾਰਬੋਹਾਈਡਰੇਟ ਨੂੰ ਹਜ਼ਮ ਕਰਨ ਲਈ ਲਿਆ ਗਿਆ ਸਮਾਂ ਵੱਖੋ ਵੱਖਰਾ ਹੋ ਸਕਦਾ ਹੈ, ਪਰ ਸਮੁੱਚੇ ਤੌਰ 'ਤੇ ਇਹ ਮੁਕਾਬਲਤਨ ਕਾਫ਼ੀ ਲੰਬਾ ਹੈ। ਇਹ ਕਾਰਬੋਹਾਈਡਰੇਟ ਹੌਲੀ ਹੌਲੀ ਟੁੱਟਣੇ ਅਤੇ ਹੌਲੀ ਹੌਲੀ ਖੂਨ ਦੀ ਪ੍ਰਵਾਹ ਵਿੱਚ ਲੀਨ ਹੋ ਜਾਣਗੇ, ਇਸ ਲਈ ਉਹ ਖੂਨ ਵਿੱਚ ਗਲੂਕੋਜ਼ ਦੇ ਪੱਧਰਾਂ ਨੂੰ ਨਿਯੰਤਰਣ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਨੋਟ ਕਰਨਾ ਚੰਗਾ ਹੈ ਕਿ ਵੱਖੋ ਵੱਖ ਕਾਰਕ ਪਾਚਨ ਦੇ ਸਮੇਂ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਵੇਂ ਕਿ ਖਾਧੇ ਹੋਏ ਭੋਜਨ ਵਿੱਚ ਚਰਬੀ, ਰੇਸ਼ੇ ਦੀ ਅਤੇ ਪ੍ਰੋਟੀਨ ਮਾਤਰਾ ਅਤੇ ਇਸ ਦੇ ਨਾਲ ਨਾਲ ਖਾਧੇ ਗਏ ਕਾਰਬੋਹਾਈਡਰੇਟ ਦਾ ਪੋਰਸ਼ਨ ਸਾਈਜ਼। ਖੰਡ ਤੋਂ ਪਰਹੇਜ਼। ਵੱਧ ਖੰਡ ਵਾਲੇ ਖਾਣ ਅਤੇ ਪੀਣ ਵਾਲੇ ਪਦਾਰਥ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਖੰਡ ਖੂਨ ਦੇ ਪ੍ਰਵਾਹ ਵਿੱਚ ਬਹੁਤ ਜਲਦੀ ਲੀਨ ਹੋ ਜਾਂਦੀ ਹੈ। ਇਸ ਦੇ ਕਾਰਨ ਇਹਨਾਂ ਭੋਜਨਾਂ ਦੀ ਖਪਤ ਨਾਲ ਖੂਨ ਵਿੱਚ ਗਲੂਕੋਜ਼ ਦੇ
ਸਰਬੋਤਮ ਨਿਯੰਤਰਣ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਇਸ ਕਾਰਨ ਕਰਕੇ ਤੁਹਾਡੀ ਗਰਭ ਅਵਸਥਾ ਦੌਰਾਨ ਇਸ ਕਿਸਮ ਦੇ ਭੋਜਨ ਤੋਂ ਬਚਣ ਦੀ ਸਲਾਹ ਹੈ। ਪੂਰੀ ਖੰਡ ਵਾਲੇ ਫਿਜੀ ਡਰਿੰਕ ਤੋਂ ਬਚਣਾ ਮਹੱਤਵਪੂਰਨ ਹੈ। ਡਾਈਟ ਅਤੇ ਜ਼ੀਰੋ ਸਰੂਪ ਢੁਕਵੇਂ ਹਨ। ਕਿਸੇ ਵੀ ਖਾਣ ਜਾਂ ਪੀਣ ਵਾਲੇ ਪਦਾਰਥ ਵਿੱਚ ਖੰਡ ਨਾ ਪਾਓ। ਉਦਾਹਰਣ ਵਜੋਂ ਚਾਹ, ਕੌਫੀ ਜਾਂ ਨਾਸ਼ਤੇ ਦੇ ਸੀਰੀਅਲ ਪਰ ਸਵੀਟਨਰ ਦੀ ਵਰਤੋਂ ਕਰਨਾ ਢੁਕਵਾਂ ਹੈ। ਤੁਹਾਨੂੰ ਮਿੱਠੀਆਂ ਮਠਿਆਈਆਂ ਅਤੇ ਵੱਡੀ ਮਾਤਰਾ ਵਿੱਚ ਜੈਮ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਫਲਾਂ ਦਾ ਰਸ ਪ੍ਰਤੀ ਦਿਨ ਵੱਧ ਤੋਂ ਵੱਧ ਇੱਕ ਵਾਰ 150 ਮਿਲੀਲੀਟਰ ਪੋਰਸ਼ਨ ਤੱਕ ਸੀਮਿਤ ਹੋਣਾ ਚਾਹੀਦਾ ਹੈ। ਭੋਜਨ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਇਹ ਜਾਣਕਾਰੀ ਪਰਚਾ ਇਸ ਬਾਰੇ ਸੰਖੇਪ ਜਾਣਕਾਰੀ ਦਿੰਦਾ ਹੈ ਕਿ ਵੱਖੋ ਵੱਖ ਭੋਜਨ ਸਮੂਹ ਤੁਹਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਜੇ ਤੁਸੀਂ ਇਸ ਸਲਾਈਡ ਨੂੰ ਹੋਰ ਵਿਸਤਾਰ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਇਸ ਸਮੇਂ ਵੀਡੀਓ ਨੂੰ ਰੋਕੋ ਕਰਨ ਵਿੱਚ ਸੰਯੁਕਤ ਮਹਿਸੂਸ ਕਰੋ। ਸਾਰ ਸਲਾਈਡ। ਅਸੀਂ ਹੁਣ ਸਿਹਤਮੰਦ ਭੋਜਨ ਅਤੇ ਗਰਭ ਅਵਸਥਾ ਦੀ ਸ਼ੂਗਰ ਬਾਰੇ ਵੀਡੀਓ ਦੇ ਦੇ ਅੰਤ ਤੇ ਆ ਗਏ ਹਾਂ। ਜਿਵੇਂ ਅਸੀਂ ਇਹ ਵੀਡੀਓ ਵਿੱਚ ਜੋ ਕੁਝ ਸਿੱਖਿਆ ਹੈ ਉਸ ਦੇ ਇਹ ਛੋਟੇ ਜਿਹੇ ਸੰਖੇਪ ਦੇ ਦੁਆਰਾ ਵਿਚਾਰ ਕਰਾਂਗੇ। ਤਿੰਨ ਮੁੱਖ ਭੋਜਨ ਸਮੂਹ ਹਨ: ਕਾਰਬੋਹਾਈਡਰੇਟ, ਚਰਬੀਆਂ ਅਤੇ ਪ੍ਰੋਟੀਨ। ਸਾਰੇ ਕਾਰਬੋਹਾਈਡਰੇਟ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਵਧਾਉਂਦੇ ਹਨ। ਗਰਭ ਅਵਸਥਾ ਦੀ ਸ਼ੂਗਰ ਦਾ ਸਭ ਤੋਂ ਮਹੱਤਵਪੂਰਨ ਇਲਾਜ ਇੱਕ ਸਿਹਤਮੰਦ ਸੰਤੁਲਨ ਖੁਰਾਕ ਹੈ ਜਿਸ ਵਿੱਚ ਉੱਚ ਰੇਸ਼ੇਦਾਰ ਸਟਾਰਚ ਵਾਲੇ ਕਾਰਬੋਹਾਈਡਰੇਟ, ਪ੍ਰੋਟੀਨ ਦੇ ਚੰਗੇ ਨਿਯਮ ਸਰੋਤ, ਦਿਲ ਲਈ ਸਿਹਤਮੰਦ ਚਰਬੀਆਂ, ਡੇਅਰੀ ਵਿਕਲਪ ਸ਼ਾਮਲ ਹਨ। ਕਾਰਬੋਹਾਈਡਰੇਟਸ ਨੂੰ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ: ਖੰਡ ਅਤੇ ਸਟਾਰਚ। ਬਲੱਡ ਸ਼ੂਗਰ ਦੇ ਪੱਧਰਾਂ ਤੇ ਇਹਨਾਂ ਦੇ ਵੱਖੋ ਵੱਖਰੇ ਪ੍ਰਭਾਵ ਹੁੰਦੇ ਹਨ। ਸਧਾਰਨ ਖੰਡਾਂ ਜਿਵੇਂ ਕਿ ਪੂਰੀ ਖੰਡ ਵਾਲੀ ਫਿਜੀ ਡਰਿੰਕ, ਮਠਿਆਈਆਂ ਅਤੇ ਜੈਮ ਸੇਵਨ ਕਰਨ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਆਮ ਤੌਰ 'ਤੇ ਅਸੀਂ ਖੁਰਾਕ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਅਤੇ ਚਰਬੀ ਦਾ ਸਹੀ ਸ਼ਾਮਲ ਹੋਣਾ ਚਾਹੀਦਾ ਹੈ। ਬਹੁਤ ਜ਼ਿਆਦਾ ਕਾਰਬੋਹਾਈਡਰੇਟ ਤੁਹਾਡੇ ਖੂਨ ਵਿੱਚ ਸ਼ੂਗਰ ਵਿੱਚ ਤੇਜ਼ੀ ਨਾਲ ਵਾਧਾ ਕਰ ਸਕਦੇ ਹਨ। ਸਲਾਈਡ 14। ਧੰਨਵਾਦ ਅਤੇ ਸੰਪਰਕ ਵੇਰਵੇ। ਇਹ ਵੀਡੀਓ NHS ਗ੍ਰੇਟਰ ਗਲਾਸਗੋ ਅਤੇ ਕਲਾਈਡ ਡਾਇਬੀਟੀਜ਼ ਸਰਵਿਸ ਤੋਂ ਦਰਜ ਹੋਏ ਖੁਰਾਕ ਮਾਹਿਰਾਂ ਦੁਆਰਾ ਤਿਆਰ ਕੀਤਾ ਗਿਆ ਹੈ। ਅਸੀਂ ਦੇਖਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਅਤੇ ਹੁਣ ਤੁਹਾਨੂੰ ਵੀਡੀਓ 3 ਦੇਖਣ ਲਈ ਉਤਸ਼ਾਹਿਤ ਕਰਦੇ ਹਾਂ। ਪੋਰਸ਼ਨ ਸਾਈਜ਼, ਸਮਾਰਟ ਅਦਲਾ ਬਦਲੀ, ਸਨੈਕ ਸੁਝਾਅ ਅਤੇ ਖਾਣੇ ਦੇ ਪੋਰਸ਼ਨ।